ਸਤਿ ਸ਼੍ਰੀ ਅਕਾਲ। उत्पादन प्रक्रिया ਅਤੇ WS ਵਿੱਚ ਆਰਕ ਵੈਲਡਿੰਗ ਦੀ ਸੈਸ਼ਨ ਵਿੱਚ ਤੁਹਾਡਾ ਸਵਾਗਤ ਹੈ। ਆइए ਸੈਸ਼ਨ ਸ਼ੁਰੂ ਕਰਦੇ ਹਾਂ। आओ इस सैशन ਦੇ ਉਦੇਸ਼ਾਂ ਤੇ ਇੱਕ ਨਜ਼ਰ ਮਾਰੀਏ। ਇਸ ਸੈਸ਼ਨ ਦੇ ਅੰਤ ਤੱਕ ਤੁਸੀਂ ਇਹ ਕਰਨ ਦੇ ਯੋਗ ਹੋਵੋਗੇ। ਵੈਲਡਿੰਗ ਬਾਰੇ ਬਰੀਫ ਚ ਦੱਸਣਾ, ਆਰਕ ਵੈਲਡਿੰਗ ਦੇ ਬੇਸਿਕ ਵਰਕਿੰਗ ਪ੍ਰਿੰਸੀਪਲਸ ਬਾਰੇ ਦੱਸਣਾ, ਵੱਖੋ ਵੱਖਰੀ ਇੰਡਸਟਰੀਜ਼ ਵਿੱਚ ਆਰਕ ਵੈਲਡਿੰਗ ਦੇ ਐਪਲੀਕੇਸ਼ਨਸ ਬਾਰੇ ਦੱਸਣਾ, WES ਦੀਆਂ ਐਕਟੀਵਿਟੀਜ਼ ਬਾਰੇ ਬਰੀਫ ਚ ਦੱਸਣਾ। ਆਓ ਸਭ ਤੋਂ ਪਹਿਲਾਂ ਸਮਝ ਲਈਏ ਕਿ ਵੈਲਡਿੰਗ ਤੋਂ ਕੀ ਭਾਵ ਹੈ। ਵੈਲਡਿੰਗ ਦੋ ਜਾਂ ਦੋ ਤੋਂ ਵੱਧ ਮੈਟਲਸ ਨੂੰ ਹੀਟ ਦੀ ਵਰਤੋਂ ਕਰਕੇ ਪ੍ਰੈਸ਼ਰ ਅਤੇ ਫਿਲਰ ਮਟੀਰੀਅਲ ਦੀ ਐਪਲੀਕੇਸ਼ਨ ਦੇ ਨਾਲ ਜਾਂ ਉਸ ਦੇ ਬਿਨਾਂ ਜੋੜਨਾ ਹੈ। ਜ਼ਿਆਦਾਤਰ ਮੈਟਲਸ ਅਤੇ ਐਲੋਏ ਧਾਤਾਂ ਨੂੰ ਵੈਲਡ ਕੀਤਾ ਜਾ ਸਕਦਾ ਹੈ। ਜੋੜੀ ਜਾਣ ਵਾਲੀ ਮਟੀਰੀਅਲਸ ਨੂੰ ਇਕੱਠੇ ਸੰਪਰਕ ਵਿੱਚ ਰੱਖਿਆ ਜਾਂਦਾ ਹੈ ਤੇ ਰਿਕੁਆਇਰਡ એનર્ਜੀ ਮੁੱਖ ਤੌਰ ਤੇ ਹੀਟ ਦੇ ਰੂਪ ਵਿੱਚ ਅਪਲਾਈ ਹੁੰਦੀ ਹੈ। ਇਹ ਹੀਟ ਸਮੱਗਰੀ ਨੂੰ ਫਿਊਜ਼ ਕਰਦੀ ਹੈ ਅਤੇ ਸੋਲਿਡਿਫਿਕੇਸ਼ਨ ਕੂਲਿੰਗ ਨਾਲ ਜੋੜਦੀ ਹੈ। ਵੈਲਡਿੰਗ ਪ੍ਰੋਸੈਸ ਦਾ ਬੇਸਿਕ ਕਲਾਸੀਫਿਕੇਸ਼ਨ ਹੇਠ ਲਿਖੇ ਮੁਤਾਬਕ ਹੈ। ਗੈਸ ਵੈਲਡਿੰਗ, arc welding, resistance welding, solid state welding, thermochemical welding, radiant energy welding। arc welding ਦਾ basic classification ਹੈ कार्बन आर्क, shielded metal arc welding, submerged arc welding, gas tungsten arc welding, एक non-consumable electrode वाली, metal inert gas welding, electroslag, plasma arc, एक non-consumable electrode वाली। वेल्डिंग ਦੀ ਸਧਾਰਨ ਕਿਸਮ SMAW यानी कि shielded metal arc welding है। ਇਸ ਨੂੰ ਸਟਿਕ ਵੈਲਡਿੰਗ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਆਮ ਤੌਰ ਤੇ ਇਹ ਇੱਕ ਫਲਕਸ ਕੋਟਡ ਕੰਜ਼ਿਊਮੇਬਲ ਇਲੈਕਟ੍ਰੋਡ ਦੀ ਵਰਤੋਂ ਕਰਦੇ ਹੋਏ ਮੈਨੂਅਲ ਪ੍ਰੋਸੈਸ ਹੈ। ਹੁਣ ਇਸ ਤੋਂ ਅੱਗੇ ਅਸੀਂ SMAW ਵੈਲਡਿੰਗ ਦੇ ਵਰਕਿੰਗ ਪ੍ਰਿੰਸੀਪਲਸ ਬਾਰੇ ਸਿੱਖੀਏ। ਆਰਕ ਵੈਲਡਿੰਗ ਕਿਰਿਆ ਲਈ ਹੀਟ ਦਾ ਪ੍ਰੋਸੈਸ ਇੱਕ ਇਲੈਕਟ੍ਰਿਕ ਆਰਕ ਹੈ ਜੋ ਦੋ ਇਲੈਕਟ੍ਰਿਕਲੀ ਕੰਡਕਟਿੰਗ ਮਟੀਰੀਅਲਸ ਦੇ ਵਿਚਕਾਰ ਪੈਦਾ ਹੁੰਦਾ ਹੈ, ਜਿਸ ਨੂੰ ਇੱਕ ਛੋਟੇ 에ਅਰ ਗੈਪ ਦੁਆਰਾ ਵੱਖ ਕੀਤਾ ਜਾਂਦਾ ਹੈ। ਫਲਕਸ ਕੋਟਡ ਇਲੈਕਟ੍ਰੋਡ ਇਲੈਕਟ੍ਰਿਕ ਸਰਕਟ ਦੇ ਪੋਲ ਵਜੋਂ ਕੰਮ ਕਰਦਾ ਹੈ, ਜਦੋਂ ਕਿ ਵਰਕਪੀਸ ਇਲੈਕਟ੍ਰਿਕ ਸਰਕਟ ਦੇ ਦੂਜੇ ਪੋਲ ਵਜੋਂ ਕੰਮ ਕਰਦਾ ਹੈ। ਜਦੋਂ ਇੱਕ ਇਲੈਕਟ੍ਰੋਡ ਅਤੇ ਵਰਕਪੀਸ ਦੇ ਵਿਚਕਾਰ ਇੱਕ ਆਰਕ ਸਟ੍ਰਕ ਕੀਤਾ ਜਾਂਦਾ ਹੈ ਤਾਂ ਆਰਕ ਮੈਟਲ ਨੂੰ ਹੀਟ ਦਿੰਦਾ ਹੈ ਅਤੇ ਲਿਕੁਇਡ ਧਾਤ ਦਾ ਇੱਕ ਪੂਲ ਬਣਾਉਂਦਾ ਹੈ। VO5 ਇਲੈਕਟ੍ਰੋਡ ਦੇ ਸਿਰੇ ਅਤੇ ਵਰਕਪੀਸ ਦੇ ਵਿਚਕਾਰਲੀ ਜਿਸ ਦੂਰੀ ਰਾਹੀਂ ਆਰਕ ਬਣਦਾ ਹੈ ਉਸ ਨੂੰ ਆਰਕ ਲੈਂਥ ਜਾਂ ਆਰਕ ਗੈਪ ਕਿਹਾ ਜਾਂਦਾ ਹੈ। ਰੈਜ਼ਿਸਟੈਂਸ ਸਿੱਧੇ ਤੌਰ ਤੇ ਆਰਕ ਲੈਂਥ ਤੇ ਨਿਰਭਰ ਕਰਦਾ ਹੈ। ਆਰਕ ਲੈਂਥ ਆਮ ਤੌਰ ਤੇ 3 mm ਹੁੰਦੀ ਹੈ ਅਤੇ ਇਲੈਕਟ੍ਰੋਡ ਡਾਇਆਮੀਟਰ ਤੇ ਨਿਰਭਰ ਕਰਦੀ ਹੈ। ਆਮ ਤੌਰ ਤੇ ਸਟਿਕ ਵੈਲਡਿੰਗ ਦੇ ਮਾਮਲੇ ਵਿੱਚ ਇਲੈਕਟ੍ਰੋਡ ਮਟੀਰੀਅਲ ਕੰਜ਼ਿਊਮੇਬਲ ਹੁੰਦਾ ਹੈ। ਕੰਜ਼ਿਊਮੇਬਲ ਇਲੈਕਟ੍ਰੋਡ ਉਸੇ ਮਟੀਰੀਅਲ ਦਾ ਬਣਿਆ ਹੁੰਦਾ ਹੈ ਜਿਸ ਤੋਂ ਵਰਕਪੀਸ ਬਣਿਆ ਹੁੰਦਾ ਹੈ, ਜਿਸ ਨੂੰ ਫਲਕਸ ਨਾਲ ਕੋਟ ਕੀਤਾ ਜਾਂਦਾ ਹੈ ਜੋ ਆਰਕ ਨੂੰ ਸਟ੍ਰਾਈਕ ਕਰਦਾ ਹੈ ਤੇ ਵੈਲਡਿੰਗ ਪ੍ਰੋਸੈਸ ਦੌਰਾਨ ਕੰਜ਼ਿਊਮ ਹੋ ਜਾਂਦਾ ਹੈ। ਜਦੋਂ ਮੈਟਲ ਡਿਪੋਜ਼ਿਟ ਹੈ ਤਾਂ ਇਲੈਕਟ੍ਰੋਡ ਕੰਜ਼ਿਊਮ ਹੋ ਜਾਂਦੀ ਹੈ। ਇਲੈਕਟ੍ਰੋਡ ਤੇ ਕੋਟ ਕੀਤਾ ਗਿਆ ਫਲਕਸ ਹਾਈ ਟੈਂਪਰੇਚਰ ਦੇ ਅਧੀਨ ਸ਼ੀਲਡ ਗੈਸ ਪੈਦਾ ਕਰਦਾ ਹੈ ਜੋ ਪਿਘਲੀ ਹੋਈ ਮੈਟਲ ਨੂੰ ਐਟਮੋਸਫੇਰਿਕ ਗੈਸਾਂ ਤੋਂ ਬਚਾਉਂਦਾ ਹੈ, ਜਿਸ ਦੇ ਰਿਜ਼ਲਟ ਵਜੋਂ ਮੈਟਲ ਆਕਸੀਡੇਸ਼ਨ ਹੋ ਸਕਦਾ ਹੈ। ਇਹ ਹੀਟ ਲਾਸ ਨੂੰ ਘਟਾਉਣ ਲਈ ਆਰਕ ਦੀ ਸਟੇਬਲਾਈਜੇਸ਼ਨ ਅਤੇ ਸਲੈਗ ਬਣਾਉਣ ਦਾ ਕੰਮ ਵੀ ਕਰਦਾ ਹੈ, ਜਿਸ ਨਾਲ ਵੈਲਡ ਦੀ ਸਮੁੱਚੀ ਬੀਟ ਕੁਆਲਿਟੀ ਵਿੱਚ ਸੁਧਾਰ ਹੁੰਦਾ ਹੈ।
ਮੈਟਲ ਦਾ ਲਿਕੁਇਡ ਪੂਲ ਵਰਕ ਨਾਲ ਮਿਲ ਜਾਂਦਾ ਹੈ ਅਤੇ ਇਸ ਦਾ ਹਿੱਸਾ ਬਣ ਜਾਂਦਾ ਹੈ। ਕੂਲਿੰਗ ਤੇ ਹੋਮੋਜੀਨੀਅਸ ਬੌਂਡ ਤੇ ਇੱਕ ਸੋਲਿਡ ਮੈਟਲ ਅਤੇ ਇੱਕ ਜੁਆਇੰਟ ਬਣਦਾ ਹੈ। ਆਓ ਇਸ ਤੋਂ ਬਾਅਦ ਅਸੀਂ ਆਰਕ ਵੈਲਡਿੰਗ ਦੀ ਮਹੱਤਤਾ ਬਾਰੇ ਸਮਝਦੇ ਹਾਂ। ਆਰਕ ਵੈਲਡਿੰਗ ਬਹੁਤ ਸਾਰੀਆਂ ਇੰਡਸਟਰੀਜ਼ ਜਿਵੇਂ ਕਿ ਆਟੋਮੋਟਿਵ, ਸ਼ਿਪ ਬਿਲਡਿੰਗ, heavy machineries, earth movers and high equipment, farming equipment, aerospace, piping and plumbing, chemical, fertilizer and petroleum, construction, etc. ਦਾ ਜ਼ਰੂਰੀ ਹਿੱਸਾ ਹੈ। ਆਓ ਇਸ ਤੋਂ ਅੱਗੇ ਹੁਣ ਅਸੀਂ ਇੰਜੀਨੀਅਰਿੰਗ ਦੇ ਫੀਲਡ ਦੀ ਇੱਕ ਜ਼ਰੂਰੀ ਸੰਸਥਾ ਵੈਲਡਿੰਗ ਇੰਜੀਨੀਅਰਿੰਗ ਸੁਸਾਇਟੀ ਜਾਂ WES ਬਾਰੇ ਸਿੱਖੀਏ। ਜਾਪਾਨ ਵੈਲਡਿੰਗ ਇੰਜੀਨੀਅਰਿੰਗ ਸੁਸਾਇਟੀ JWES ਨੇ ਵੈਲਡਿੰਗ ਇੰਜੀਨੀਅਰਿੰਗ ਦੀ ਮਦਦ ਕਰਨ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਟੈਕਨੋਲੋਜੀ ਟ੍ਰਾਂਸਫਰ ਕਰਨ ਲਈ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਾਪਾਨ ਵਿੱਚ ਵੈਲਡਿੰਗ ਟੈਕਨੋਲੋਜੀ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ 2006 ਵਿੱਚ ਵੈਲਡਿੰਗ ਟੈਕਨੋਲੋਜੀ ਇਨਫੋਰਮੇਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ। ਜਾਪਾਨ ਵੈਲਡਿੰਗ ਇੰਜੀਨੀਅਰਿੰਗ ਸੁਸਾਇਟੀ WES ਸਟੈਂਡਰਡ ਬਹੁਤ ਸਾਰੇ ਫੰਕਸ਼ਨਸ ਨੂੰ ਕਵਰ ਕਰਦਾ ਹੈ ਜੋ ਹਨ ਟੈਸਟਿੰਗ ਅਤੇ ਇਨਸਪੈਕਸ਼ਨ, ਬੇਸ ਮਟੀਰੀਅਲ, ਵੈਲਡਿੰਗ ਅਤੇ ਕਟਿੰਗ ਮਸ਼ੀਨਸ, ਡਿਜ਼ਾਈਨ ਅਤੇ ਫੈਬਰਿਕੇਸ਼ਨ, ਸਰਟੀਫਿਕੇਸ਼ਨ, ਵੈਲਡਿੰਗ ਅਤੇ ਜੁਆਇਨਿੰਗ ਬਾਰੇ ਸੇਫਟੀ ਅਤੇ ਹੈਲਥ। ਰੀਕੈਪ ਲਈ ਅਸੀਂ ਹੁਣ ਸਿੱਖਿਆ ਹੈ ਵੈਲਡਿੰਗ ਬਾਰੇ ਬਰੀਫ ਚ ਦੱਸਣਾ, ਆਰਕ ਵੈਲਡਿੰਗ ਦੇ ਬੇਸਿਕ ਵਰਕਿੰਗ ਪ੍ਰਿੰਸੀਪਲਸ ਬਾਰੇ ਦੱਸਣਾ, ਵੱਖੋ ਵੱਖਰੀ ਇੰਡਸਟਰੀਜ਼ ਵਿੱਚ ਆਰਕ ਵੈਲਡਿੰਗ ਦੇ ਐਪਲੀਕੇਸ਼ਨਸ ਬਾਰੇ ਦੱਸਣਾ, WES ਦੀਆਂ ਐਕਟੀਵਿਟੀਜ਼ ਬਾਰੇ ਬਰੀਫ ਚ ਦੱਸਣਾ। ਇਸ ਕਰਕੇ ਇਹ ਸਭ ਆਰਕ ਵੈਲਡਿੰਗ ਅਤੇ WES ਦੀ ਮਹੱਤਤਾ ਬਾਰੇ ਸੀ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਸੰਕਲਪਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ। ਚੰਗਾ ਫਿਰ ਮਿਲਦੇ ਹਾਂ ਅਗਲੇ ਸੈਸ਼ਨ ਵਿੱਚ।